ਹਰਿਮੰਦਰ ਸਾਹਿਬ ਦੀ ਯਾਤਰਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਪ੍ਰਬੰਧਿਤ ਸਰਾਵਾਂ ਦੇ ਵਿੱਚ ਰਹਿਣ ਵਾਲੇ ਸ਼ਰਧਾਲੂਆਂ ਨੂੰ ਹੁਣ ਕਮਰੇ ਦੇ ਕਿਰਾਏ ਨਾਲ GST ਦੇਣਾ ਪਵੇਗਾ। ਕੇਂਦਰ ਸਰਕਾਰ ਨੇ ਇਹਨਾਂ ਸਰਾਵਾਂ ਨੂੰ GST ਯਾਨੀ ਕਿ ਗੁੱਡਸ ਐਂਡ ਸਰਵਿਸਿਜ਼ ਟੈਕਸ ਦੇ ਦਾਇਰੇ ਦੇ ਵਿੱਚ ਲਿਆਂਦਾ ਹੈ, ਜਿਸ ਦੀ SGPC ਦੇ ਵੱਲੋਂ ਨਖੇਦੀ ਕੀਤੀ ਜਾ ਰਹੀ ਹੈ ਤੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਪਰ ਕਿਹੜੀਆਂ-ਕਿਹੜੀਆਂ ਸਰਾਵਾਂ ਤੇ ਕੇਂਦਰ ਸਰਕਾਰ ਦੇ ਵੱਲੋਂ GST ਲਗਾਉਣ ਦਾ ਫੈਸਲਾ ਲਿਆ ਗਿਆ ਹੈ, ਸਭ ਤੋਂ ਪਹਿਲਾਂ ਇਹੀ ਜਾਣ ਲੈਂਦੇ ਹਾਂ। हर रोज दुनिया भर तो ਲੱਖਾਂ ਸ਼ਰਧਾਲੂ ਅੰਮ੍ਰਿਤਸਰ ਸਥਿਤ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਨੇ ਤੇ ਸ਼ਰਧਾਲੂ SGPC ਵੱਲੋਂ ਚਲਾਈਆਂ ਜਾ ਰਹੀਆਂ ਸਰਾਵਾਂ ਦੇ ਵਿੱਚ ਠਹਿਰਦੇ ਵੀ ਨੇ। ਇਹਨਾਂ ਸਰਾਵਾਂ ਦੀ ਖਾਸ ਗੱਲ ਇਹ ਹੈ ਕਿ ਇਹਨਾਂ ਦਾ ਕਿਰਾਇਆ ਮਹਿੰਗੇ ਹੋਟਲਾਂ ਨਾਲੋਂ ਕਿਤੇ ਘੱਟ ਹੈ, ਜਿਸ ਕਾਰਨ ਸ਼ਰਧਾਲੂ ਇਹਨਾਂ ਸਰਾਵਾਂ ਦਾ ਰੁਖ ਕਰਦੇ ਨੇ। ਪਰ ਹੁਣ ਕੇਂਦਰ ਸਰਕਾਰ ਨੇ SGPC ਦੁਆਰਾ ਚਲਾਈਆਂ ਜਾਣ ਵਾਲੀਆਂ 3 ਸਰਾਵਾਂ 'ਚ ਰਿਹਾਇਸ਼ ਦੇ ਖਰਚਿਆਂ ਤੇ GST ਲਗਾਉਣ ਦਾ ਐਲਾਨ ਕੀਤਾ ਹੈ। ਇਹ ਸਾਰੀਆਂ ਸਰਾਵਾਂ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਸਥਿਤ ਨੇ। ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਸਥਿਤ ਸਰਾਵਾਂ ਤੇ ਟੈਕਸ ਨਹੀਂ ਲਗਾਇਆ ਗਿਆ। ਹੁਣ ਇਹ ਜਾਣਦੇ ਹਾਂ ਕਿ ਕਿਹੜੀਆਂ-ਕਿਹੜੀਆਂ ਸਰਾਵਾਂ ਤੇ ਕਿੰਨੇ ਫੀਸਦ GST ਲਗਾਉਣ ਦਾ ਫੈਸਲਾ ਕੇਂਦਰ ਨੇ ਲਿਆ ਹੈ। ਕੇਂਦਰ ਨੇ ਬਾਬਾ ਦੀਪ ਸਿੰਘ ਯਾਤਰੀ ਨਿਵਾਸ, ਮਾਤਾ ਭਾਗ ਕੌਰ ਨਿਵਾਸ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ NRI ਨਿਵਾਸ ਵਿੱਚ GST ਲਗਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਤਿੰਨਾਂ ਸਰਾਵਾਂ 'ਚ ਰਹਿਣ ਤੇ ਹੁਣ 12% GST ਅਦਾ ਕਰਨਾ ਪਵੇਗਾ। GST ਲੱਗਣ ਤੋਂ ਬਾਅਦ ਸਰਾਵਾਂ ਦੇ ਕਿਰਾਏ 'ਚ ਕਿੰਨਾ ਵਾਧਾ ਹੋਵੇਗਾ, ਤੁਹਾਨੂੰ ਇਹ ਵੀ ਦੱਸਦੇ ਹਾਂ। ਪਹਿਲਾਂ ਬਾਬਾ ਦੀਪ ਸਿੰਘ ਨਿਵਾਸ ਵਿੱਚ ਇੱਕ ਕਮਰਾ ਇੱਕ ਦਿਨ ਲਈ 500 ਰੁਪਏ ਵਿੱਚ ਮਿਲਦਾ ਸੀ। 12% ਦੀ GST ਨਾਲ ਸ਼ਰਧਾਲੂਆਂ ਨੂੰ ਹੁਣ ਇੱਕ ਕਮਰੇ ਲਈ 60 ਰੁਪਏ ਹੋਰ ਯਾਨੀ ਕਿ ਕੁੱਲ 560 ਰੁਪਏ ਅਦਾ ਕਰਨੇ ਪੈਣਗੇ। ਮਾਤਾ ਭਾਗ ਕੌਰ ਨਿਵਾਸ ਵਿੱਚ ਇੱਕ ਕਮਰੇ ਲਈ GST ਵਜੋਂ 36 ਰੁਪਏ ਹੋਰ ਵਸੂਲੇ ਜਾਣਗੇ, ਜਾਣੇ ਕਿ ਜੋ ਕਮਰਾ ਪਹਿਲਾਂ 300 ਰੁਪਏ ਵਿੱਚ ਮਿਲਦਾ ਸੀ ਉਹ ਹੁਣ 336 ਰੁਪਏ ਦੇ ਵਿੱਚ ਮਿਲੇਗਾ। ਉੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ NRI ਨਿਵਾਸ ਲਈ ਇੱਕ ਕਮਰੇ ਦੀ ਕੀਮਤ GST ਲੱਗਣ ਤੋਂ ਬਾਅਦ 700 ਰੁਪਏ ਤੋਂ ਵੱਧ ਕੇ 784 ਰੁਪਏ ਹੋ ਗਈ ਹੈ। ਸ਼੍ਰੋਮਣੀ ਕਮੇਟੀ ਦੇ ਵੱਲੋਂ ਕੇਂਦਰ ਦੇ ਇਸ ਕਦਮ ਦੀ ਨਖੇਦੀ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਦੂਰੋਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂ ਆਉਂਦੇ ਨੇ ਤੇ ਸ਼ਰਧਾਲੂਆਂ ਦੀ ਸਹੂਲਤ ਲਈ ਇਹ ਸਰਾਵਾਂ ਚਲਾਈਆਂ ਜਾ ਰਹੀਆਂ ਨੇ। SGPC ਦਾ ਕਹਿਣਾ ਹੈ ਕਿ ਮੁਨਾਫਾ ਕਮਾਉਣ ਲਈ ਇਹ ਸਰਾਵਾਂ ਵਪਾਰਕ ਉਦਮ ਨਹੀਂ ਨੇ ਤੇ ਇਹਨਾਂ ਸਰਾਵਾਂ ਤੇ ਕਿਸੇ ਵੀ ਤਰ੍ਹਾਂ ਦੇ ਟੈਕਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜਿਸ ਤਰ੍ਹਾਂ ਪਹਿਲਾਂ ਲੰਗਰਾਂ ਤੇ GST ਲਾਇਆ ਗਿਆ, ਹੁਣ ਸਰਾਵਾਂ ਤੇ GST ਲਾਇਆ ਗਿਆ। ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਇਸ ਟੈਕਸ ਦੀ ਜਿਹੜਾ ਟੈਕਸ ਲਾਇਆ ਗਿਆ ਇਹਦੀ ਮੈਂ ਸਖਤ ਨਿੰਦਾ ਕਰਦਾ ਅਤੇ ਸੈਂਟਰ ਗਵਰਨਮੈਂਟ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਕਿ ਇਹ ਜਿਹੜਾ ਜਜੀਆ ਟੈਕਸ ਲਾਇਆ ਗਿਆ ਇਹਨੂੰ ਤੁਰੰਤ ਵਾਪਸ ਲਿਆ ਜਾਵੇ। ਸਿੱਖਾਂ 'ਚ ਇਸ ਗੱਲ ਦਾ ਬਹੁਤ ਭਾਰੀ ਰੋਸ ਆ। ਇਹ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਹ ਜਿਹੜਾ GST ਜਿਹੜਾ ਜਜੀਆ ਟੈਕਸ ਲਾਇਆ ਗਿਆ ਇਹਨੂੰ ਤੁਰੰਤ ਹੀ ਵਾਪਸ ਲਿਆ ਜਾਵੇ ਤਾਂ ਜੋ ਸਿੱਖ ਭਾਵਨਾ ਜਿਹੜੀਆਂ ਉਹ ਸ਼ਾਂਤ ਹੋ ਸਕਣ। ਹੁਣ ਤੱਕ ਸਿਰਫ 3 ਸਰਾਵਾਂ ਨੂੰ GST ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਕੇਂਦਰ ਦਾ ਕਹਿਣਾ ਹੈ ਕਿ ਇਹ ਸਰਾਵਾਂ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਸਥਿਤ ਨੇ, ਪਰ SGPC ਦਾ ਕਹਿਣਾ ਹੈ ਕਿ ਕੇਂਦਰ ਇਹ ਕਿਵੇਂ ਭੁੱਲ ਸਕਦਾ ਹੈ ਕਿ ਸੰਗਤ ਦੀ ਸਹੂਲਤ ਲਈ ਇਹਨਾਂ ਸਰਾਵਾਂ ਦੀ ਸਾਂਭ ਸੰਭਾਲ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੀਤੀ ਜਾ ਰਹੀ ਹੈ। ਤੇ ਕੇਂਦਰ ਦੇ ਇਸ ਫੈਸਲੇ ਤੇ ਹੁਣ ਸਿਆਸਤ ਵੀ ਗਰਮਾ ਗਈ ਹੈ। ਜਿੱਥੇ ਵਿਰੋਧੀ BJP ਦੇ ਇਸ ਫੈਸਲੇ ਦੀ ਨਖੇਦੀ ਕਰ ਰਹੇ ਨੇ, ਉੱਥੇ ਹੀ ਨਾਲ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਵੀ ਕਰ ਰਹੇ ਨੇ। ਤਾਂ ਉੱਥੇ ਹੀ BJP ਆਗੂ ਅਰਜੀਤ ਗਰੇਵਾਲ ਦਾ ਕਹਿਣਾ ਹੈ ਕਿ PM ਦੀ ਅਜਿਹੀ ਕੋਈ ਮਨਸ਼ਾ ਨਹੀਂ ਸੀ ਕਿ ਸਰਾਵਾਂ ਤੇ ਟੈਕਸ ਲਗਾਇਆ ਜਾਵੇ। ਇਹ ਹੁਕਮ ਕੁਝ ਅਧਿਕਾਰੀਆਂ ਦੀ ਗਲਤੀ ਦੇ ਨਾਲ ਜਾਰੀ ਕੀਤਾ ਗਿਆ ਤੇ ਸਰਕਾਰ ਇਸ ਨੂੰ ਜਲਦ ਵਾਪਸ ਲਵੇਗੀ।
ਸੰਗਤਾਂ ਦੀ ਸਹੂਲਤ ਲਈ ਬਣੀਆਂ 3 ਸਰਾਵਾਂ ਨੂੰ GST ਦੇ ਘੇਰੇ 'ਚ ਲਿਆਉਣ ਤੇ ਹੁਣ ਸਿਆਸਤ ਵੀ ਗਰਮਾ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਨੇੜੇ ਸਥਿਤ ਸਰਾਵਾਂ ਤੇ 12% GST ਲਗਾਉਣ ਦੇ ਫੈਸਲੇ ਦੀ ਸਖਤ ਨਿੰਦਾ ਕਰਦਾ। ਧਰਮ ਸਥਾਨ ਸਭ ਦੇ ਸਾਂਝੇ ਹੁੰਦੇ ਨੇ। ਇਹ ਟੈਕਸ ਸ਼ਰਧਾਲੂਆਂ ਦੀ ਸ਼ਰਧਾ ਤੇ ਲਗਾਇਆ ਗਿਆ ਹੈ। ਕੇਂਦਰ ਨੂੰ ਅਪੀਲ ਕਰਦਾ ਕਿ ਤੁਰੰਤ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ। ਉੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਵੀ ਇਸ ਮਾਮਲੇ ਨੂੰ ਲੈ ਕੇ ਬਿਆਨ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਸਰਾਵਾ ਉੱਪਰ 12% GST ਲਾ ਦੇਣਾ ਉਹ ਜ਼ਾਲਮ ਹਕੂਮਤ ਮੁਗਲ ਹਕੂਮਤ ਦੇ ਲਾਏ ਹੋਏ ਟੈਕਸ ਜਜੀਆ ਨੂੰ ਯਾਦ ਕਰਾਉਂਦੀ ਆ। ਸੋ ਅਸੀਂ ਮੰਗ ਕਰਦੇ ਆ ਕਿ ਗੁਰੂ ਘਰਾਂ ਦੀ ਸਰਾਵਾਂ ਉੱਪਰ ਇਹ ਜਿਹੜਾ ਜਜੀਆ ਕੇਂਦਰ ਸਰਕਾਰ ਵੱਲੋਂ ਲਾਇਆ ਗਿਆ ਇਹ ਵਾਪਸ ਲਿਆ ਜਾਵੇ। ਵਿਰੋਧੀਆਂ ਨੇ ਬੀਜੇਪੀ ਤੇ ਇਲਜ਼ਾਮ ਲਗਾਏ ਤਾਂ ਇਸ ਦੀ ਸਫਾਈ 'ਚ ਆਗੂ ਹਰਜੀਤ ਗਰੇਵਾਲ ਵੀ ਸਾਹਮਣੇ ਆਏ। ਗਰੇਵਾਲ ਨੇ ਕਿਹਾ ਕਿ PM ਦੀ ਅਜਿਹੀ ਕੋਈ ਮਨਸ਼ਾ ਨਹੀਂ ਸੀ ਕਿ ਸਰਾਵਾਂ ਤੇ GST ਲਗਾਇਆ ਜਾਵੇ। ਇਹ ਹੁਕਮ ਕੁਝ ਅਧਿਕਾਰੀਆਂ ਦੀ ਗਲਤੀ ਨਾਲ ਜਾਰੀ ਹੋਇਆ। ਸਰਕਾਰ ਇਸ ਫੈਸਲੇ ਨੂੰ ਜਲਦੀ ਵਾਪਸ ਲਵੇਗੀ। ਜਿਹੜਾ ਦਰਬਾਰ ਸਾਹਿਬ 'ਚ ਸਰਾਵਾਂ ਦੇ ਉੱਪਰ GST ਲਾਗੂ ਹੋਈ ਆ ਉਹ ਸਾਡੀ ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈ। ਪ੍ਰਧਾਨ ਮੰਤਰੀ ਜੀ ਗੁਰੂ ਘਰਾਂ ਦੇ ਲਈ ਸਭ ਤੋਂ ਜ਼ਿਆਦਾ ਅਗਰ ਸ਼ਰਧਾ ਰੱਖਦੇ ਆ ਤਾਂ ਗੁਰੂ ਘਰਾਂ ਦੇ ਲਈ ਰੱਖਦੇ ਆ ਔਰ ਖੁਦ ਜਾ ਕੇ ਨਤਮਸਤਕ ਹੁੰਦੇ ਆ। ਇਹ ਗੁਰੂ ਨਾਨਕ ਦੇਵ ਦਾ ਸੇਵਾ ਤੇ ਸਿਮਰਨ ਦਾ ਸਿਧਾਂਤ ਹੈ। ਕੋਈ ਕਮਰਸ਼ੀਅਲ ਆਰਗੇਨਾਈਜੇਸ਼ਨ ਨਹੀਂ ਹੈ, ਕੋਈ ਬਿਜ਼ਨਸ ਆਰਗੇਨਾਈਜੇਸ਼ਨ ਨਹੀਂ ਹੈ। ਇਸ ਕਰਕੇ ਇਹ ਆਦੇਸ਼ ਜਿਹੜਾ ਜਲਦੀ ਹੀ ਸਰਕਾਰ ਇਹਨੂੰ ਕਰੈਕਟ ਕਰ ਦੇਗੀ। ਇਹ ਅਧਿਕਾਰੀਆਂ ਦੀ ਜਾਂ ਬਾਕੀ ਲੋਕਾਂ ਦੀ ਗਲਤੀ ਆ ਜਿਹਦੇ 'ਚ ਇਹ ਹੋਇਆ। ਔਰ ਮੈਂ ਸਮਝਦਾ ਕਿ ਹੋਰ ਵੀ ਜਿਹੜੇ ਸੇਵਾ ਵਾਲੇ ਸਥਾਨ ਨੇ ਜਿੱਥੇ ਕੋਈ ਬਿਜ਼ਨਸ ਐਕਟੀਵਿਟੀ ਨਹੀਂ ਹੁੰਦੀ ਉਹ ਬਾਕੀ ਧਰਮਾਂ 'ਤੇ ਵੀ ਇਸ ਤਰ੍ਹਾਂ ਦਾ ਇਹ ਲਾਗੂ ਹੋਣਾ ਚਾਹੀਦਾ। ਪਰ ਦਰਬਾਰ ਸਾਹਿਬ ਦੇ ਉੱਪਰ ਇਹ ਹੋਣਾ ਬੜੀ ਮੈਂ ਸਮਝਦਾ ਕਿਸੇ ਅਧਿਕਾਰੀ ਦੀ ਗਲਤੀ ਹੈ। ਉਹ ਵੀ ਮੰਦਭਾਗੀ ਗੱਲ ਆ ਤੇ ਉਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਹਾਂ ਔਰ ਇਸ ਨੂੰ ਵਾਪਸ ਵੀ ਸਰਕਾਰ ਲਏਗੀ ਤੇ ਉਹਨਾਂ ਦੇ ਧਿਆਨ 'ਚ ਜਿੱਦਾਂ ਹੀ ਇਹ ਆਉਣਾ ਤੇ ਵਾਪਸ। ਕੇਂਦਰ ਦੇ ਇਸ ਫੈਸਲੇ ਨੂੰ ਵਾਪਸ ਲੈਣ ਦੀ ਉਡੀਕ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਤੇ ਵੇਖਣਾ ਹੋਵੇਗਾ ਕਿ ਸਰਕਾਰ ਕਦੋਂ ਇਸ ਫੈਸਲੇ ਤੇ ਗੌਰ ਕਰਦੀ ਹੈ। ਤੇ ਕੇਂਦਰ ਦੇ ਸਰਾਵਾਂ ਤੇ GST ਲਗਾਉਣ ਦੇ ਫੈਸਲੇ ਨੂੰ ਲੈ ਕੇ ਸਾਡੇ ਸਹਿਯੋਗੀ ਮਨਜਿੰਦਰ ਸਿੰਘ ਨੇ ਲੋਕਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ। ਲੋਕਾਂ ਨੇ ਇਸ ਨੂੰ ਲੈ ਕੇ ਕੀ ਰਾਏ ਹੈ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ। ਕੇਂਦਰ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਕਿ ਜਿੰਨੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਨੇ ਉਹਨਾਂ ਦੇ ਉੱਪਰ GST ਲਗਾਈ ਗਈ ਆ। ਪਰ ਐਜੀਪੀਸੀ ਦੇ ਵੱਲੋਂ ਇਹਦੀ ਨਿੰਦਿਆ ਕੀਤੀ ਗਈ ਆ ਕਿ ਕੇਂਦਰ ਸਰਕਾਰ ਨੂੰ ਇਹ ਫੈਸਲਾ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਤੇ ਨਿੰਦਿਆ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਇਹ ਫੈਸਲਾ ਵਾਪਸ ਲਿੱਤਾ ਜਾਵੇ ਕਿਉਂਕਿ ਜਿਹੜੀਆਂ ਗੁਰੂ ਧਾਮਾਂ ਦੇ ਨਾਲ ਜਿਹੜੇ ਸਰਾਵਾਂ ਨੇ ਇਹ ਸ਼ਰਧਾਲੂਆਂ ਵਾਸਤੇ ਬਣਾਈਆਂ ਗਈਆਂ ਨੇ ਕਿਉਂਕਿ ਪਰਿਵਾਰਾਂ ਦੇ ਨਾਲ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਪਹੁੰਚਦੇ ਨੇ ਦੇਰ ਰਾਤ ਜਦੋਂ ਹੋ ਜਾਂਦੀ ਹੈ ਤੇ ਉਹ ਸਰਾਵਾਂ ਦੇ ਵਿੱਚ ਕਰਨ ਵਾਸਤੇ ਲੈ ਜਾਂਦੇ ਨੇ ਜਾਂ ਜਿਹੜੇ ਇੱਥੇ ਸ਼ਰਧਾਲੂ ਜਿਹੜੇ ਨੌਜਵਾਨ ਕੰਮ ਕਰਦੇ ਨੇ ਉਹਨਾਂ ਦੀਆਂ ਤਨਖਾਹਾਂ ਕੱਢੀਆਂ ਜਾਂਦੀਆਂ ਨੇ। ਪਰ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਫੈਸਲਾ ਲਿੱਤਾ ਗਿਆ ਉਹਦੀ ਨਿੰਦਿਆ ਕੀਤੀ ਜਾ ਰਹੀ ਆ। ਕੇਂਦਰ ਦੇ ਸਰਾਵਾਂ ਤੇ GST ਲਗਾਉਣ ਦੇ ਫੈਸਲੇ ਨਾਲ ਜਿੱਥੇ ਸਿੱਖ ਸੰਗਤ 'ਚ ਰੋਸ ਪਾਇਆ ਜਾ ਰਿਹਾ ਹੈ ਉੱਥੇ ਇਸ ਫੈਸਲੇ ਨੂੰ ਲੈ ਕੇ ਸਰਕਾਰ ਦੀ ਮਨਸ਼ਾ ਤੇ ਸਵਾਲ ਵੀ ਉੱਠਣ ਲੱਗੇ ਨੇ। ਸਰਾਵਾਂ ਵਿੱਚ GST ਨਹੀਂ ਲੱਗਣੀ ਚਾਹੀਦੀ ਹੈ। ਜੇ ਹੋਟਲਾਂ ਵਗੈਰਾ 'ਚ ਲੱਗਦੀ ਹੈ ਤਾਂ ਉਹ ਠੀਕ ਹੈ ਪਰ ਸਰਾਵਾਂ ਵਿੱਚ ਸ਼ਰਧਾਲੂ ਆਪਣੀ ਸ਼ਰਧਾ ਨਾਲ ਆਉਂਦੇ ਨੇ ਮੱਥਾ ਟੇਕਣ ਵਾਸਤੇ ਉਹਨਾਂ ਉੱਤੇ ਵੀ GST ਲਗਾਉਣਾ ਉਹ ਠੀਕ ਨਹੀਂ ਹੈ। ਇਹ ਲੱਗਦਾ ਕਿ ਜਿਹੜੀ GST ਹੈ ਇਹ ਜਿਹੜੇ ਸ਼ਰਧਾਲੂ ਹੁੰਦੇ ਉਹਨਾਂ ਦੇ ਉੱਪਰ ਫਿਰ ਬੋਝ ਪਵੇਗਾ। ਬਿਲਕੁਲ ਬੋਝ ਪਏਗਾ। ਇਹ ਜਿਹੜੀ ਮਾਇਆ ਆਉਂਦੀ ਹੈ ਉਹ ਸਭ ਪ੍ਰਬੰਧਕਾਂ ਦੀ ਜਿਹੜੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਮਤਲਬ ਆਪਣੇ ਇਹਦੇ 'ਚ ਲਗਾਉਂਦੀਆਂ ਨੇ ਸੇਵਾ ਵਿੱਚ ਲਗਾਉਂਦੀਆਂ ਨੇ ਤੇ ਇਹ ਜਿਹੜਾ ਮਤਲਬ GST ਦੇ ਕੇ ਗਵਰਨਮੈਂਟ ਉਹਨਾਂ ਉੱਤੇ ਭਾਰ ਪਾਉਂਦੀ ਹੈ। ਸ਼ਰਧਾਲੂ ਜਿਹੜੇ ਨੇ ਉਹ ਉਹਨਾਂ ਉੱਤੇ ਭਾਰ ਪੈਂਦਾ ਪਿਆ। ਇਹ ਲੱਗਦਾ ਕਿ ਜੋ ਕੇਂਦਰ ਸਰਕਾਰ ਵੱਲੋਂ ਫੈਸਲਾ ਲਿੱਤਾ ਗਿਆ ਵਾ GST ਦਾ ਇਹ ਵਾਪਸ ਲੈਣਾ ਚਾਹੀਦਾ ਕੇਂਦਰ ਸਰਕਾਰ। ਬਿਲਕੁਲ ਵਾਪਸ ਲੈਣਾ ਚਾਹੀਦਾ ਹੈ। ਹੋਟਲਾਂ ਵਿੱਚ ਭਲੇ ਲਗਾਓ ਲੇਕਿਨ ਸਰਾਂ ਵਿੱਚ ਨਾ ਲਗਾਓ। ਇਹ ਸੇਵਾ ਕਰ ਰਹੇ ਨੇ ਸਰਾਂ ਵਾਲੇ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪਹਿਲਾਂ ਲੰਗਰ ਅਤੇ ਹੁਣ ਸਰਾਵਾਂ ਤੇ GST ਲਗਾਉਣਾ ਕੇਂਦਰ ਦਾ ਚੰਗਾ ਕਦਮ ਨਹੀਂ ਹੈ। ਸਰਕਾਰ ਇਸ ਤੇ ਮੁੜ ਵਿਚਾਰ ਕਰੇ।
ਪਹਿਲਾਂ ਲੰਗਰ ਤੇ ਲਾਤੀ, ਜਿਹੜਾ ਸਾਰੀ ਦੁਨੀਆ ਨੂੰ ਲੰਗਰ ਫ੍ਰੀ ਛਕਾਇਆ ਜਾਂਦਾ ਆ। ਇਹ ਵੀ ਦੇਖਿਆ, ਸਾਰੇ ਸੰਸਾਰ ਨੇ ਦੇਖਿਆ ਕਿ ਜਿੱਥੇ ਵੀ ਗੁਰੂ ਘਰ ਹੈ ਉੱਥੇ ਸਾਰਿਆਂ ਨੂੰ ਲੰਗਰ ਤੇ ਕੀ ਨਾਲ ਆਕਸੀਜਨ ਦਾ ਲੰਗਰ ਵੀ ਫ੍ਰੀ ਦਿੱਤਾ ਗਿਆ। ਇੱਕ ਧਾਰਮਿਕ ਸਥਾਨ ਦੇ ਉੱਤੇ ਮੱਥਾ ਟੇਕਣ ਦੇ ਵਾਸਤੇ ਵੀ ਜੇ ਤੁਸੀਂ ਕਹੋ ਕੱਲ ਨੂੰ ਇਹ ਸੋਚਣਗੇ ਕਿ ਅਸੀਂ ਗੁਰੂ ਘਰ ਦੇ ਵਿੱਚ ਜਾਂ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦੇ ਉੱਤੇ ਵੀ GST ਲਾਵਾਂਗੇ ਤੇ ਫਿਰ ਤਾਂ ਬੰਦੇ ਦੀ ਸ਼ਰਧਾ ਹੀ ਖਤਮ ਹੋ ਜਾਊਗੀ। ਸਰਾਵਾਂ 'ਚ ਕੰਮ ਕਰਦੇ ਮੈਂਬਰਾਂ ਵੱਲੋਂ ਵੀ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ। ਸ਼ਰਧਾਲੂ ਸਾਡੇ ਨਾਲ ਲੜਦੇ ਹੈਗੇ ਆ, ਤੁਸੀਂ ਕੌਣ ਹੁੰਦੇ GST ਲੈਣ ਵਾਲੇ? ਸਰਕਾਰ ਨੇ ਲਾਤੀ ਹੋਈ ਆ, ਪਰ ਦੱਸੋ ਅਸੀਂ ਹੁਣ ਕੀ ਕਰ ਸਕਦੇ? ਅਸੀਂ ਮਜਬੂਰ ਹੈਗੇ ਆ। ਕੇਂਦਰ ਸਰਕਾਰ ਨੂੰ ਕੀ ਅਪੀਲ ਕਰੋਗੇ ਤੁਸੀਂ? ਤੇ ਹਰਿਮੰਦਰ ਸਾਹਿਬ ਤੇ ਗੁਰੂ ਧਾਮਾਂ ਦੇ ਜਿੰਨੀਆਂ ਸਰਾਵਾਂ ਤੇ GST ਲਾਈ ਹੋਈ ਆ ਉਹ ਬਿਲਕੁਲ ਬੰਦ ਕੀਤੀ ਜਾਵੇ। ਬਿਲਕੁਲ ਜੀ, ਇਹ ਅਧਿਕਾਰੀ ਨੇ ਸਰਾਵਾਂ ਦੇ ਜਿਨ੍ਹਾਂ ਦੇ ਵੱਲੋਂ ਅਪੀਲ ਕੀਤੀ ਗਈ ਕੇਂਦਰ ਸਰਕਾਰ ਨੂੰ ਕਿ ਜਿਹੜੇ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ, ਜਦੋਂ ਅਸੀਂ ਉਹਨਾਂ ਨੂੰ GST ਦਾ ਬਿੱਲ ਕਹਿ ਰਹੇ ਨੇ, ਉਹ ਸ਼ਰਧਾਲੂ ਸਾਡੇ ਨਾਲ ਲੜ ਰਹੇ ਨੇ। ਇਸ ਕਰਕੇ ਕੇਂਦਰ ਸਰਕਾਰ ਦਾ ਜੋ ਫੈਸਲਾ ਉਹ ਕੇਂਦਰ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ, ਕਿਉਂਕਿ ਜਿੰਨੀਆਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਸਰਾਵਾਂ ਨੇ, ਉਹ ਜਿਹੜੀ ਪੈਸੇ ਇਹਨਾਂ ਕੋਲ ਸ਼ਰਧਾਲੂਆਂ ਕੋਲ ਲਈ ਜਾਂਦੇ ਮੇਨਟੇਨ ਕਰਵਾਉਣ ਵਾਸਤੇ, ਉਸੇ ਕਰਕੇ ਸਫਾਈ ਵਾਸਤੇ ਪੈਸੇ ਲਏ ਜਾਂਦੇ ਨੇ। ਸਵਾਲ ਇਹ ਉੱਠ ਗਿਆ ਕਿ ਕੇਂਦਰ ਸਰਕਾਰ ਪੰਜਾਬ ਨੂੰ ਹਮੇਸ਼ਾ ਕਿਉਂ ਟਾਰਗੇਟ ਕੀਤਾ ਜਾ ਰਿਹਾ? ਪਹਿਲਾਂ ਲੰਗਰ ਤੇ GST ਲਗਾਈ ਸੀ, ਹੁਣ ਸਰਾਵਾਂ ਤੇ ਲਗਾਈ ਜਾ ਰਹੀ ਆ। ਪਰ ਸ਼ਰਧਾਲੂਆਂ ਵਾਲੇ ਅਤੇ ਇੱਥੋਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੀ GST ਦਾ ਫੈਸਲਾ ਉਹ ਕੇਂਦਰ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ। ਕੈਮਰਾਮੈਨ ਨਵਨੀਤ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ। ਤਾਂ ਕੇਂਦਰ ਸਰਕਾਰ ਦੇ ਵੱਲੋਂ ਸਰਾਵਾਂ ਤੇ GST ਲਗਾਉਣ ਦਾ ਜੋ ਫੈਸਲਾ ਕੀਤਾ ਗਿਆ ਹੈ, ਉਸ ਦੀ ਸਾਰੇ ਪਾਸੇ ਨਖੇਦੀ ਹੋ ਰਹੀ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਨੂੰ ਵਾਪਸ ਜਿਹੜਾ ਹੈ ਉਹ ਸਰਕਾਰ ਲਵੇ। ਸਾਡੇ ਨਾਲ ਇਸੇ ਤੇ ਗੱਲਬਾਤ ਕਰਨ ਲਈ HPC ਮੈਂਬਰ ਭਾਈ ਮਨਜੀਤ ਸਿੰਘ ਦਾ ਬਹੁਤ-ਬਹੁਤ ਸਵਾਗਤ ਹੈ ਸਰ ਲਿਵਿੰਗ ਇੰਡੀਆ ਨਿਊਜ਼ ਤੇ। ਭਾਈ ਮਨਜੀਤ, ਤੁਹਾਨੂੰ ਮੇਰੀ ਆਵਾਜ਼ ਆ ਰਹੀ? ਹਾਂਜੀ 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 ਸਰ, ਜੋ 12% ਦਾ GST ਲਗਾਇਆ ਗਿਆ ਹੈ ਕੇਂਦਰ ਦੇ ਵੱਲੋਂ 3 ਸਰਾਵਾਂ ਤੇ, ਇਸ ਫੈਸਲੇ ਤੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਇਸ ਫੈਸਲੇ ਦਾ ਮਤਲਬ ਕੀ ਹੈ? SGPC ਕਿਸ ਤਰੀਕੇ ਨਾਲ ਦੇਖਦੀ ਹੈ ਇਸ ਫੈਸਲੇ ਨੂੰ? ਵੇਖੋ, ਮੈਂ ਸਮਝਦਾ ਹਾਂ ਕਿ ਸਮੇਂ ਦੀਆਂ ਸਰਕਾਰਾਂ ਕਈ ਫੈਸਲੇ ਜਿਹੜੇ ਆ ਉਹ ਬਿਨਾਂ ਕਿਸੇ ਸੋਚੇ ਸਮਝੇ ਤੋਂ ਉਹ ਪੰਜਾਬ ਦੇ ਵਿੱਚ ਲਾਗੂ ਕਰ ਦਿੰਦੇ ਆ। ਔਰ ਖਾਸ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਲੱਖਾਂ ਸ਼ਰਧਾਲੂਆਂ ਦੇ ਜਿਹੜੀ ਸ਼ਰਧਾ ਹੈ ਉਹ ਬੱਝੀ ਹੋਈ ਹੈ। ਰੋਜ਼ ਲੱਖਾਂ ਸ਼ਰਧਾਲੂ ਜਿਹੜੇ ਆ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੁੰਦੇ ਆ। ਅਤੇ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਹੈ ਇਹ ਸਾਰੇ ਧਰਮਾਂ ਦੇ ਲੋਕਾਂ ਦਾ ਸਾਂਝਾ ਇੱਕ ਧਰਮ ਸਥਾਨ ਹੈ, ਜਿੱਥੇ ਸਾਰਿਆਂ ਨੂੰ ਹੀ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦੱਸੇ ਬਾਹਰਾ ਜੀਓ, ਔਰ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਜਿੱਥੇ ਸਾਰੀ ਮਨੁੱਖਤਾ ਨੂੰ ਸਾਂਝਾ ਉਪਦੇਸ਼ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲਦਾ ਹੈ। ਤੇ ਉੱਥੇ ਆਉਣ ਵਾਲੇ ਸ਼ਰਧਾਲੂ ਇਕੱਲੇ ਸਿੱਖ ਨਹੀਂ ਗਏ, ਹਿੰਦੂ, ਮੁਸਲਮਾਨ, ਈਸਾਈ, ਪਾਰਸੀ ਸਾਰੇ ਆਉਂਦੇ ਆ ਜੀ। ਸਾਰੇ ਆਣ ਕੇ ਉੱਥੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਜਿਹੜੀ ਆ ਉਹ ਪ੍ਰਾਪਤ ਕਰਦੇ ਆ, ਔਰ ਉਸ ਤੋਂ ਬਾਅਦ ਉਹ ਸਰਾਵਾਂ ਵਿੱਚ ਠਹਿਰਦੇ ਆ। ਤੇ ਬੜਾ ਅਫਸੋਸ ਇਸ ਗੱਲ ਦਾ ਹੋਇਆ ਹੈ ਕਿ ਸੈਂਟਰ ਸਰਕਾਰ ਨੇ 12% ਉਹਦੇ ਤੇ GST ਲਾ ਦਿੱਤੀ ਹੈ, ਔਰ ਸਿੱਖਾਂ ਵਿੱਚ ਬਹੁਤ ਵੱਡਾ ਰੋਸ ਹੈ, ਖਾਸ ਕਰਕੇ ਸ਼ਰਧਾਲੂਆਂ ਵਿੱਚ ਬੜਾ ਵੱਡਾ ਰੋਸ ਹੈ। ਤੇ ਜਦੋਂ ਸ਼ਰਧਾਲੂਆਂ ਨੂੰ ਇਹ ਕਿਹਾ ਜਾਂਦਾ ਹੈ ਕਿ 12% ਨਾਲ ਜਿਹੜੀ ਹੈ ਉਹ GST ਲੱਗੂਗੀ, ਤਾਂ ਬਹੁਤ ਵੱਡਾ ਉੱਥੇ ਰੋਜ਼ ਕਈ ਵਾਰ ਝਗੜਾ ਹੋਣ ਤੱਕ ਵੀ ਜਾਂਦਾ ਹੈ। ਸੋ ਇਹ ਫੈਸਲਾ ਸੈਂਟਰ ਸਰਕਾਰ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਜੀ। ਇਹੋ ਜਿਹੇ ਫਰਮਾਨ ਰੰਗਜੇਬ ਦੇ ਟਾਈਮ ਦੇ ਉੱਤੇ ਜਜੀਆ ਲੱਗਦਾ ਹੁੰਦਾ ਸੀਗਾ, ਔਰ ਇਹ ਆਜ਼ਾਦ ਭਾਰਤ ਵਿੱਚ ਧਾਰਮਿਕ ਸਥਾਨਾਂ ਤੇ ਇਹ GST ਲੱਗਣੀ ਬਹੁਤ ਲੋਕਾਂ ਦੀਆਂ ਸਰਾਵਾਂ ਨੇ, ਉੱਥੇ ਵੀ ਜੇ GST ਲੱਗਦਾ ਤੇ ਉਹ ਵੀ ਬੰਦ ਹੋਣਾ ਚਾਹੀਦਾ, ਕਿਉਂਕਿ ਲੋਕ ਆਪੋ ਆਪਣੇ ਧਰਮਾਂ ਦੇ ਸਥਾਨਾਂ ਤੇ ਆਸਥਾ ਲੈ ਕੇ ਜਾਂਦੇ ਆ। ਤੇ ਆਪਾਂ ਉੱਥੇ ਜਾਂਦਿਆਂ ਨੂੰ ਉਹਨਾਂ ਨੂੰ ਜਜੀਆ ਉਹਨਾਂ ਤੋਂ ਮੰਗੀਏ, ਉਹਨਾਂ ਤੋਂ ਇਹੋ ਜਿਹਾ ਆਪਾਂ ਕਰ ਮੰਗੀਏ ਜਿਹੜਾ ਪੁਰਾਣੇ ਟਾਈਮ ਤੇ ਆਪਣਾ ਰੰਗਜੇਬ ਦੇ ਟਾਈਮ ਤੇ ਜਜੀਆ ਲੱਗਦਾ ਸੀ, ਮੁਗਲਾਂ ਦੇ ਟਾਈਮ ਤੇ ਲੱਗਦਾ ਸੀ। ਤੇ ਮੈਂ ਸਮਝਦਾ ਇਹ ਨਾ ਕਾਬਲੇ ਬਰਦਾਸ਼ਤ ਹੈ। ਔਰ ਸੈਂਟਰ ਸਰਕਾਰ ਨੂੰ ਮੈਂ ਕਹਿਣਾ ਚਾਹਣਾ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜਦੋਂ ਕੋਡ ਆਇਆ ਸੀ ਇੱਥੇ ਕੋਵਿਡ ਲੱਗਾ ਸੀ ਉਸ ਟਾਈਮ ਤੇ ਜਿੱਥੇ ਲੰਗਰਾਂ ਦਾ ਪ੍ਰਬੰਧ ਕੀਤਾ ਉੱਥੇ ਨਾਲ ਦੀ ਨਾਲ ਆਕਸੀਜਨਾਂ ਦਾ ਪ੍ਰਬੰਧ ਕੀਤਾ, ਦਵਾਈਆਂ ਦਾ ਕੀਤਾ ਔਰ ਸਾਰੇ ਲੋਕਾਂ ਦੀ ਭਲਾਈ ਵਾਸਤੇ ਜਦੋਂ ਲੋਕ ਸਰਕਾਰਾਂ ਅੰਦਰ ਵੜ ਗਈਆਂ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾ ਵਾਸਤੇ ਬਾਹਰ ਮੈਦਾਨੇ ਜੰਗ 'ਚ ਨਿਕਲ ਗਈ ਸੀ। ਜੀ ਭਾਈ ਮਨਜੀਤ ਜੀ, ਮੇਰਾ ਸਵਾਲ ਜਿਹੜਾ ਹੈ ਉਹ ਇਸ ਨਾਲ ਜੁੜਿਆ ਹੋਇਆ ਹੈ ਕਿ ਟੈਕਸ ਜਿਹੜਾ ਹੈ ਸਰਕਾਰ ਉੱਥੇ ਲਗਾਉਂਦੀ ਹੈ ਜਿੱਥੇ ਕੋਈ ਫਾਇਦਾ ਹੋਵੇ, ਪਰ ਐਸਜੀਪੀਸੀ ਤਾਂ ਚੈਰੀਟੇਬਲ ਸੰਸਥਾਵਾਂ ਚਲਾਉਂਦੀ ਹੈ ਜੋ ਕੁਦਰਤੀ ਆਫਤਾਂ ਦੇ ਵਿੱਚ ਲੋਕਾਂ ਦੀ ਮਦਦ ਕਰਦੀਆਂ ਨੇ। ਅਸੀਂ ਦੇਖਿਆ ਕਿ ਕੋਵਿਡ ਹੋਵੇ ਜਾਂ ਫਿਰ ਹੜ੍ਹ ਆਇਆ ਹੋਵੇ, ਐਸਜੀਪੀਸੀ ਪੂਰੀ ਤਨਦੇਹੀ ਨਾਲ ਲੋਕਾਂ ਦੀ ਮਦਦ ਕਰਦੀ ਹੈ। ਅਜਿਹੇ ਦੇ ਵਿੱਚ ਕੇਂਦਰ ਦੇ ਵੱਲੋਂ ਇਹ ਫੈਸਲਾ ਉਹਨਾਂ ਸਰਾਵਾਂ ਤੇ ਲਗਾਉਣਾ ਜੋ ਕਿ ਐਸਜੀਪੀਸੀ ਦੀ ਦੇਖਰੇਖ ਦੇ ਵਿੱਚ ਨੇ, ਕੀ ਮਨਸ਼ਾ ਜ਼ਾਹਿਰ ਕਰਦੀਆਂ ਨੇ ਕੇਂਦਰ ਸਰਕਾਰ ਦੀ? ਵੇਖੋ, ਇਹ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਜਿਹੜੇ ਧਾਰਮਿਕ ਜਿਹੜੇ ਸਾਡਾ ਖੇਤਰ ਹੈ ਉਹਦੇ 'ਚ ਦਖਲਅੰਦਾਜ਼ੀ ਕਰਦੀਆਂ ਰਹਿੰਦੀਆਂ ਨੇ। ਟਾਈਮ ਟੂ ਟਾਈਮ ਟੋ ਕੇ ਵਹਿੰਦੀਆਂ ਰਹਿੰਦੀਆਂ ਕਿ ਕਿੰਨੀ ਕੁ ਆਸਥਾ ਹੈ ਇਹ ਧਾਰਮਿਕ ਸਥਾਨਾਂ ਦੇ ਵਿੱਚ, ਲੋਕਾਂ ਦੀ ਕਿੰਨੀ ਕੁ ਸ਼ਰਧਾ ਹੈ। ਸੋ ਮੈਂ ਸਮਝਦਾ ਹਾਂ ਕਿ ਇਹ ਬਹੁਤ ਗਲਤ ਫੈਸਲਾ, ਔਰ ਇਸ ਤੋਂ ਪਹਿਲਾਂ ਲੰਗਰ ਦੇ ਉੱਤੇ ਵੀ GST ਜਿਹੜੀ ਆ ਲਗਾਈ ਗਈ ਸੀ ਔਰ ਉਹਦੇ ਤੇ ਜਦੋਂ ਸਿੱਖ ਸੰਗਤ ਨੇ ਬਹੁਤ ਵੱਡਾ ਇਤਰਾਜ਼ ਕੀਤਾ ਤਾਂ ਫਿਰ ਸੇਵਾ ਭੋਜ ਇੱਕ ਸਕੀਮ ਦੇ ਤਹਿਤ ਕਹਿੰਦੇ ਪਹਿਲਾਂ ਤੁਸੀਂ ਸਾਨੂੰ ਦੇ ਦਿਆ ਕਰੋ ਤੇ ਬਾਅਦ ਵਿੱਚ ਅਸੀਂ ਤੁਹਾਨੂੰ ਪੈਸੇ ਵਾਪਸ ਕਰਿਆ ਕਰਾਂਗੇ। ਉਹ ਵੀ ਪੈਸੇ ਵਾਪਸ ਨਹੀਂ ਹੁੰਦੇ। ਸੋ ਲੰਗਰ ਦੇ ਉੱਤੋਂ ਵੀ ਔਰ ਇਹ ਸਰਾਵਾਂ ਦੇ ਉੱਤੋਂ ਵੀ ਜਿਹੜਾ ਲੱਗੀ ਹੋਈ ਹੈ GST ਆ, ਇਹ ਬਿਨਾਂ ਕਿਸੇ ਦੇਰੀ ਤੋਂ, ਬਿਨਾਂ ਕਿਸੇ ਟਾਈਮ ਤੋਂ ਇਹ ਖਤਮ ਹੋਣੀ ਚਾਹੀਦੀ ਹੈ। ਔਰ ਇਹ ਸਿੱਖ ਧਰਮ ਦੇ ਵਿੱਚ ਮੈਂ ਸਮਝਦਾ ਕਿ ਸਿੱਧਾ ਦਖਲ ਹੈ ਔਰ ਸਾਡੀ ਭਾਵਨਾ ਤੇ ਸੱਟ ਵੱਜੀ ਆ। ਅੱਜ ਬਹੁਤ ਨਿਰਾਸ਼ ਨੇ ਸਿੱਖ ਇਸ ਗੱਲ ਤੋਂ ਵੀ ਇਹ ਆਜ਼ਾਦ ਹਿੰਦੁਸਤਾਨ ਦੇ ਵਿੱਚ ਵੀ ਅਜਿਹੇ ਆ ਜਿਹੜੀਆਂ ਜਜੀਆਂ ਇਹ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਇਹ ਗਰਾਉਂਦੀਆਂ ਨੇ। ਬਹੁਤ ਵੱਡਾ ਅਫਸੋਸ ਸਾਨੂੰ ਇਸ ਗੱਲ ਦਾ ਹੋਇਆ ਹੈ। ਦੂਸਰਾ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਦੀ ਸਾਹਿਬ ਤੋਂ ਵੀ ਟਾਈਮ ਮੰਗਦੀ ਹੈ, ਅਮਿਤ ਸ਼ਾਹ ਜੀ ਤੋਂ ਵੀ ਟਾਈਮ ਮੰਗਦੀ ਹੈ ਔਰ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ। ਬੰਦੀ ਸਿੰਘਾਂ ਦੀ ਗੱਲ ਵੀ ਕਰਨੀ ਸੀ, GST ਦੀ ਗੱਲ ਵੀ ਕਰਨੀ, ਲੰਗਰ ਤੇ ਜਿਹੜਾ ਇਹ ਹੋਰ ਵੀ ਸਿੱਖਾਂ ਦੇ ਮਸਲੇ, ਧਾਰਮਿਕ ਮਸਲੇ ਜਿਹਦੇ ਤੇ ਅਸੀਂ ਗੱਲ ਕਰਨੀ ਚਾਹੁੰਦੇ ਆ। ਸੋ ਸਾਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ। ਇੱਕ ਆਖਰੀ ਸਵਾਲ ਤੁਹਾਡੇ ਕੋਲ ਭਾਈ ਮਨਜੀਤ ਜੀ, ਜੇਕਰ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ ਤੁਸੀਂ ਐਸਜੀਪੀਸੀ ਕੀ ਐਕਸ਼ਨ ਕਰੇਗੀ, ਕੀ ਪਲਾਨ ਐਸਜੀਪੀਸੀ ਦਾ ਅਗਲਾ ਹੋਵੇਗਾ? ਵੇਖੋ, ਅਸੀਂ ਅੱਜ ਇੱਥੇ ਹੁਣੇ ਇੱਕ ਬਿਆਨ ਆਇਆ ਹੈ ਗਰੇਵਾਲ ਸਾਹਿਬ, ਹਰਜੀਤ ਸਿੰਘ ਗਰੇਵਾਲ ਦਾ ਮਾਫੀ ਮੰਗਦੇ ਆ। ਮੈਂ ਸਮਝਦਾ ਹਾਂ ਕਿ ਜੇ ਉਹਨਾਂ ਨੇ ਮਾਫੀ ਮੰਗ ਲਈ ਹੈ ਤੇ ਚੰਗੀ ਗੱਲ ਆ, ਪਰ ਮਾਫੀ ਮੰਗਣ ਨਾਲ ਨਹੀਂ, ਪ੍ਰੈਕਟੀਕਲੀ ਇਹਨਾਂ ਨੂੰ ਉਹ ਫੈਸਲਾ ਵਾਪਸ ਲੈਣਾ ਚਾਹੀਦਾ, ਰਿਟਨ 'ਚ ਭੇਜਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਭੇਜਣ ਵੀ ਆਹ ਫੈਸਲਾ ਗਲਤ ਹੋਇਆ ਸੀ, ਇਸ ਫੈਸਲੇ ਨੂੰ ਜਿਹੜਾ ਹੈ ਉਹ ਵਾਪਸ ਕੀਤਾ ਜਾਂਦਾ ਹੈ ਔਰ ਤਾਂ ਤਸੱਲੀ ਹੋਊਗੀ ਸਿੱਖ ਆਵਾਮ ਦੀ, ਸਿੱਖ ਕੌਮ ਦੀ, ਤਾਂ ਪੰਜਾਬ ਦੇ ਲੋਕਾਂ ਦੀ ਤਸੱਲੀ ਹੋਊਗੀ ਇਹਦੇ ਉੱਤੇ। ਠੀਕ ਹੈ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ ਇਸ ਸਨ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਸਰਾਵਾਂ ਨੂੰ ਭਾਰਤ ਸਰਕਾਰ ਦੇ ਵੱਲੋਂ GST ਦੇ ਘੇਰੇ ਦੇ ਵਿੱਚ ਲੈਣਾ ਗਲਤ ਫੈਸਲਾ ਹੈ। ਭਾਰਤ ਸਰਕਾਰ ਦਾ ਇਹ ਫੈਸਲਾ ਬੇहद ਨਿੰਦਣਯੋਗ ਹੈ ਤੇ ਸੰਗਤ ਵਿਰੋਧੀ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।